ਇਹ ਜੀਰਾ ਫੈਕਟਰੀ ਬੰਦ ਕੀਤੀ ਹੈ ਤੇ सीएम साहब ਤੇ ਉਹਨਾਂ ਦੇ ਜੋ ਸਲਾਹਕਾਰ ਹੈ ਜਾਂ ਉਹਨਾਂ ਦੇ ਜੋ ਪ੍ਰੈਸ ਐਡਵਾਈਜ਼ਰ ਹੈ ਕਹਿੰਦੇ ਇਹ ਸੀਕ੍ਰੇਟ ਰਿਪੋਰਟ ਹੈ। ਕੀ ਸੀਕ੍ਰੇਟ ਹੈ? ਇਹ ਨੈਸ਼ਨਲ ਸੀਕ੍ਰੇਟ ਹੈ। ਇਹਨਾਂ ਦੇ ਸਿੰਗਲਾ ਜੋ ਮੰਤਰੀ ਸੀਗੇ ਉਹਨਾਂ ਨੂੰ ਜਦ ਅਸਤੀਫਾ ਦਿੱਤਾ ਤੇ ਅੰਦਰ ਗ੍ਰਿਫਤਾਰੀ ਵੀ ਦਿੱਤੀ, सीएम ਸਾਹਿਬ ਨੇ ਕਿਹਾ ਕਿ ਮੇਰੇ ਕੋਲ ਰਿਕਾਰਡਿੰਗ ਹੈ, ਠੀਕ ਹੈ, ਔਰ ਉਸ ਰਿਕਾਰਡਿੰਗ ਦੇ ਕਰਕੇ ਮੈਂ ਇਹਨਾਂ ਨੂੰ ਅੰਦਰ ਕਰ ਰਿਹਾ। ਹਾਈ ਕੋਰਟ ਦੇ ਵਿੱਚ ਰਿਕਾਰਡਿੰਗ ਦਿਖਾਈ ਕਿਉਂ ਨਹੀਂ ਗਈ? ਜੇ ਉਹ ਰਿਕਾਰਡਿੰਗ ਸੀ ਤੇ ਹਾਈ ਕੋਰਟ ਕਦੀ ਇਹਨੂੰ ਕੀ ਕਹਿੰਦੇ ਬੇਲ ਨਹੀਂ ਦਿੰਦੀ, ਤੇ ਕਿੱਥੇ ਗਈ ਉਹ ਰਿਕਾਰਡਿੰਗ? ਇਹ ਸਿਰਫ ਡਰਾਮੇ ਦੀ ਸਰਕਾਰ ਹੈ। ਮੈਂ ਕੱਲ ਪੜ੍ਹ ਰਿਹਾ ਕਿ ਸਾਡੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ, ਕਿਉਂ? ਕੀ ਲੋੜ? ਸਾਰੇ ਨਹੀਂ ਲੱਗਦਾ ਵੀ ਉੱਥੇ ਦਾ ਸਟਰਕਚਰ ਬਹੁਤ ਵਧੀਆ ਹੋਣਾ ਤੇ ਉਰੇ ਆ ਕੇ ਵੀ ਉਹ ਜਿਹੇ ਸਰਕਾਰੀ ਸਕੂਲ ਇਹ ਤਾਂ ਵਧੀਆ ਬਣ ਜਾਣਗੇ। ਪਰ ਉਹਦੇ ਪ੍ਰਿੰਸੀਪਲ ਦੀ ਗੱਲ, ਉਹ ਤਾਂ ਇਨਫਰਾਸਟ੍ਰਕਚਰ ਦੀ ਗੱਲ ਹੈ। ਸਾਡੇ ਟੀਚਰਾਂ 'ਤੇ ਕੋਈ ਕਮੀ ਨਹੀਂ ਹੈ, ਸਾਡੇ ਇਨਫਰਾਸਟ੍ਰਕਚਰ 'ਚ ਕਮੀ ਹੈ। ਸਾਡੇ ਇਨਫਰਾਸਟ੍ਰਕਚਰ ਤੋਂ ਉਹਦੇ ਲਈ ਤੁਹਾਨੂੰ 60 ਟੀਚਰਾਂ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਆ। ਉਹ ਤਾਂ ਆਰਕੀਟੈਕਟ ਤੁਹਾਨੂੰ ਦੱਸ ਦੇਗਾ ਕਿ ਸਾਡੇ ਸਕੂਲਾਂ 'ਚ ਕੀ ਕਮੀ ਹੈ। ਤੁਸੀਂ ਪ੍ਰਾਈਵੇਟ ਸਕੂਲਸ ਦੇਖ ਲਓ, ਉਹਨਾਂ ਦੀ ਨਕਲ ਕਰ ਲਓ। ਸਰਕਾਰੀ ਸਕੂਲ ਹੀ ਇੰਪਰੂਵ ਕਰਨੇ ਨਾ, ਉਹਨਾਂ ਦਾ ਇਨਫਰਾਸਟ੍ਰਕਚਰ ਪਹਿਲੇ ਇੰਪਰੂਵ ਕਰ ਲਓ। ਜੇ ਇਨਫਰਾਸਟ੍ਰਕਚਰ, ਕਲਾਸਰੂਮ, ਜੇ ਟੋਇਲਟਸ, ਪਾਣੀ ਪੀਣ ਦਾ ਪਾਣੀ ਨਹੀਂ ਹੈ ਉੱਥੇ, ਤੇ ਟੀਚਰਾਂ ਨੂੰ ਉੱਥੇ ਭੇਜ ਕੇ ਕੀ ਮਿਲੂਗਾ? ਤੁਸੀਂ ਤਾਂ ਇਨਫਰਾਸਟ੍ਰਕਚਰ ਠੀਕ ਕਰੋ। ਸਤਿ ਸ਼੍ਰੀ ਅਕਾਲ। ਪੰਜਾਬ ਦੀ ਸਿਆਸਤ ਦੀ ਜਦੋਂ ਗੱਲ ਕਰਦੇ ਆ ਤਾਂ ਆਮ ਤੌਰ 'ਤੇ ਦੇਖਦੇ ਆ ਕਿ ਜਿੱਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਹਜ਼ੂਰੀ ਵੀ ਹੁੰਦੀ ਹੈ, ਉਹ ਇਸ ਕਰਕੇ ਕਹਿਣਾ ਕਿਉਂਕਿ ਕਈ ਪ੍ਰੋਗਰਾਮਾਂ ਦੇ ਵਿੱਚ ਜਦੋਂ ਲੀਡਰ ਸਾਹਿਬਾਨ ਪਹੁੰਚਦੇ ਨੇ, ਚਾਹੇ ਸੁੱਖ ਦਾ ਹੋਵੇ ਚਾਹੇ ਦੁੱਖ ਦਾ ਹੋਵੇ, ਖੈਰ ਜਾਣਾ ਹੀ ਪੈਂਦਾ ਉਹਨਾਂ ਨੂੰ ਲੋਕਾਂ ਦੇ ਨਾਲ ਮਿਲਣ ਵਾਸਤੇ। ਪਰ ਹੁੰਦਾ ਇਹ ਹੈ ਵੀ ਉੱਥੇ ਕਈ ਵਾਰ ਗੱਲਾਂ ਇਸ ਤਰ੍ਹਾਂ ਦੀਆਂ ਕਰ ਜਾਂਦੇ ਨੇ, ਜਾਂ ਫਿਰ ਕਹੀਏ ਕਿ ਉਹਨਾਂ ਦੀ ਹਜ਼ੂਰੀ ਦੇ ਵਿੱਚ ਇਹ ਵੀ ਨਹੀਂ ਦੇਖਦੇ ਕਿ ਆਖਰ ਅਸੀਂ ਬੋਲ ਕੀ ਰਹੇ ਹਾਂ। ਇਸੇ ਚੀਜ਼ ਨੂੰ ਲੈ ਕੇ ਇੱਕ ਚਿੱਠੀ ਹੈ ਜਿਹੜੀ ਸਾਬਕਾ MLA ਹੈਗੇ ਨੇ ਅਰਵਿੰਦ ਖੰਨਾ ਤੇ BJP ਦੇ ਸੀਨੀਅਰ ਲੀਡਰ ਨੇਗੇ, ਉਹਨਾਂ ਦੇ ਵੱਲੋਂ ਲਿਖੀ ਜਾਂਦੀ ਹੈ। ਖੈਰ ਮਸਲਾ ਤਾਂ ਬਹੁਤ ਪੁਰਾਣਾ ਇਹ ਚੱਲਿਆ ਆਉਂਦਾ, ਪਰ ਆਖਰਕਾਰ ਉਹਨਾਂ ਨੂੰ ਸੁਝਿਆ ਕੀ ਹੈ? ਖੰਨਾ ਸਾਹਿਬ, ਚਿੱਠੀ ਲਿਖੀ ਤੁਸੀਂ ਜਥੇਦਾਰ ਸਾਹਿਬ ਨੂੰ, ਕੀ ਲੋੜ ਲੱਗੀ ਸੀ ਤੁਹਾਨੂੰ ਹੈ ਜੀ? ਕਿ ਆਮ ਤੌਰ 'ਤੇ ਲੋਕ ਗੱਲਾਂ ਤਾਂ, ਚਰਚਾਵਾਂ ਤਾਂ, ਕਨਫੂਸੀ ਤਾਂ ਹੁੰਦੀ ਰਹਿੰਦੀ ਹੈ ਵੀ ਆਹ ਕੀ ਬੋਲੀ ਜਾਂਦਾ, ਸਾਹਮਣੇ ਮਹਾਰਾਜ ਦੀ ਸਵਾਰੀ ਹੈ, ਪਰ ਤੁਸੀਂ ਫਿਰ ਚਿੱਠੀ ਲਿਖ ਕੇ ਕੀ ਆਖਰਕਾਰ ਕਰਨਾ ਪਿਆ ਵੀ ਇਹ ਚੀਜ਼ਾਂ ਰੁਕੀ ਜਾਣ ਫਿਰ ਆਉਣ ਵਾਸਤੇ? ਦੇਖੋ ਮੈਂ ਲਿਖੀ ਤੇ ਚਿੱਠੀ ਅਕਾਲ ਤਖਤ ਜਥੇਦਾਰ ਸਾਹਿਬ ਨੂੰ, ਪਰ ਇਹ ਜੋ ਸਾਡੇ ਮੰਦਿਰਾਂ ਦੇ ਵਿੱਚ ਵੀ ਜਦ ਆਪਾਂ ਕਿਸੇ ਦੇ ਅਫਸੋਸ ਕਰਨ ਜਾਂਦੇ, ਭੋਗ 'ਤੇ ਜਾਂਦੇ ਹਾਂ, ਉੱਥੇ ਵੀ ਇਹ ਗੱਲਾਂ ਹੁੰਦੀਆਂ ਕਿ ਲੰਬੀ ਸਪੀਚਾਂ ਦੀ ਜਾਂਦੀ। ਆਮ ਜਨਤਾ ਨੂੰ ਤਾਂ ਆਮ ਜਨਤਾ ਨੂੰ ਬੈਠਣਾ ਪੈਂਦਾ, 2-2 ਘੰਟੇ ਬੈਠਣਾ ਪੈਂਦਾ, ਪ੍ਰਸ਼ਾਦ ਨਹੀਂ ਮਿਲਦਾ, ਪਰਿਵਾਰ ਉੱਥੇ ਬੈਠਾ, ਪਰਿਵਾਰ ਨਾਲ ਦੁੱਖ ਸਾਂਝਾ ਨਹੀਂ ਕਰ ਸਕਦਾ ਬੰਦਾ, ਆਪਣੀ ਹਾਜ਼ਰੀ ਨਹੀਂ ਲਾ ਸਕਦਾ। ਔਰ ਇਹ ਤਾਂ ਪੋਲੀਟੀਕਲ ਮਾਹੌਲ ਬਣ ਗਿਆ ਹੁਣ। ਸਿਆਸਤੀ ਲੋਕ ਜਾ ਕੇ ਉੱਥੇ ਕੀਰਤਨ ਸਮਾਪਤ ਹੋ ਜਾਂਦਾ ਹੈ, ਅਰਦਾਸ ਸਮਾਪਤ ਹੋ ਜਾਂਦੀ, ਉਹਦੇ ਬਾਅਦ ਪਹੁੰਚਦੇ ਹੈ ਕਿਉਂਕਿ ਉਹਨਾਂ ਦੇ ਕੋਲ ਮਾਈਕ ਹੈ, ਜਨਤਾ ਬੈਠੀ ਹੈ, ਉਹ ਸਪੀਚ ਦੇਣਾ ਚਾਹੁੰਦੇ। ਆਮ ਜਨਤਾ ਤਾਂ ਪਰੇਸ਼ਾਨ ਹੋ ਰਹੀ ਹੈ, ਇਹਦੀ ਕੀ ਲੋੜ ਹੈ? ਜੇ ਮੈਂ ਸੱਚਾਈ ਨਾਲ ਕਿਸੇ ਦੇ ਨਾਲ ਦੁੱਖ ਸਾਂਝਾ ਕਰਨਾ ਚਾਹੁੰਦਾ, ਮੈਂ ਉਹਦੇ ਘਰ ਜਾ ਕੇ ਦੁੱਖ ਸਾਂਝਾ ਕਰਾਂਗਾ, ਜਾਂ ਮੈਂ ਸਿਰਫ ਤੇ ਸਿਰਫ ਉਸੀ ਦਿਨ ਜਾ ਕੇ ਦੁੱਖ ਸਾਂਝਾ ਕਰਨਾ ਜਿਸ ਦਿਨ ਮਾਈਕ 'ਤੇ ਸਪੀਚਾਂ ਹਨ। ਇਹ ਰਿਵਾਜ਼ ਬੰਦ ਹੋਣਾ ਚਾਹੀਦਾ ਹੈ, ਚਾਹੇ ਸਾਡੇ ਮੰਦਿਰਾਂ ਦੇ ਵਿੱਚ ਹੋਵੇ, ਚਾਹੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ। ਔਰ ਖਾਸ ਕਰਕੇ ਮੈਂ ਇਸ ਕਰਕੇ ਜਥੇਦਾਰ ਸਾਹਿਬ ਨੂੰ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਹੋਰ ਦੀ ਤਾਰੀਫਾਂ ਹੋ ਰਹੀ ਹੈ, ਇਹ ਮੇਰੇ ਖਿਆਲ ਮਰਿਆਦਾ ਦੇ ਖਿਲਾਫ ਹੈ। ਅਤੇ ਮੈਂ ਸੋਚਦਾ ਕਿ ਜਥੇਦਾਰ ਸਾਹਿਬ ਇਸ ਗੱਲ ਨੂੰ ਚੱਕਣਗੇ ਤੇ ਇਹ ਜੇ ਰੋਕ ਲਾਉਣਗੇ ਤਾਂ ਮੈਨੂੰ ਲੱਗਦਾ ਕਿ ਸਾਰੇ ਪੰਜਾਬ 'ਤੇ ਇਹਦੇ ਵਿੱਚ ਰੋਕ ਲੱਗੇਗੀ। ਸਿਆਸੀ ਲੋਕ ਹਮੇਸ਼ਾ ਸਿਆਸੀ ਗੱਲਾਂ, ਚਾਹੇ ਉਹ ਕਿਹੋ ਜਿਹੀ ਮਾਹੌਲ ਹੋਵੇ, ਸਿਆਸੀ ਗੱਲਾਂ ਕਰਨੋਂ ਪਿੱਛੇ ਨਹੀਂ ਹਟਦੇ ਹੈਗੇ। ਤੁਸੀਂ ਵੀ ਇੱਕ ਸਿਆਸੀ ਲੀਡਰ ਹੋਗੇ, ਤੁਸੀਂ ਵੀ ਚੋਣਾਂ ਦੇ ਵਿੱਚ ਵੀ ਜਾਣਾ, ਤੁਹਾਨੂੰ ਵੀ ਵੋਟਾਂ ਚਾਹੀਦੀਆਂ ਨੇ। ਤੁਹਾਨੂੰ ਨਹੀਂ ਲੱਗਦਾ ਵੀ ਆਖਰਕਾਰ ਕਿਤੇ ਨਾ ਕਿਤੇ ਇਸ ਚੀਜ਼ ਨਾਲ ਖੁਦ ਹੀ ਨੁਕਸਾਨ ਨਾ ਹੋ ਜਾਵੇ ਵੀ ਤੁਸੀਂ ਵੀ ਜਾ ਕੇ ਸਪੀਚਾਂ ਦੇਣੀਆਂ ਹੁੰਦੀਆਂ ਨੇ? ਨਹੀਂ, ਮੈਂ ਤਾਂ ਕਦੀ ਨਹੀਂ ਦਿੰਦਾ, ਕਿਸੇ ਵੀ ਭੋਗ 'ਤੇ ਮੈਂ ਨਹੀਂ ਦਿੰਦਾ। ਮੈਂ ਹਰੇਕ ਦੇ ਘਰ ਜਾ ਕੇ ਦੁੱਖ ਸਾਂਝਾ ਕਰਦਾ। ਕਈ ਵਾਰ ਚਲੋ ਆਪਾਂ ਉੱਥੇ ਵੀ ਜਾਂਦੇ, ਸ਼ਾਦੀਆਂ 'ਤੇ ਵੀ ਜਾਂਦੇ, ਭੋਗਾਂ 'ਤੇ ਵੀ ਜਾਂਦੇ, ਪਰ ਮੈਂ ਕਦੀ ਸਪੀਚ ਨਹੀਂ ਦਿੰਦਾ। ਮੈਂ ਇਸ ਗੱਲ 'ਤੇ ਟੋਟਲੀ ਉਲਟਾ, ਆਪਣੀ ਲਾਈਫ ਦੇ ਵਿੱਚ ਮੈਂ ਇਸ ਤੋਂ ਦੂਰ ਰਿਹਾ। ਮੈਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਦਾ। ਔਰ ਆਮ ਪਬਲਿਕ ਦੀ ਗੱਲ ਕਰ ਰਿਹਾ ਮੈਂ ਪੋਲੀਟੀਕਲ ਬੰਦਿਆਂ ਨੂੰ ਕਰਨਾ ਪੈਂਦਾ ਜੋ ਕਰਨਾ ਪੈਂਦਾ, ਪਰ ਆਮ ਜਨਤਾ ਨੂੰ ਆਪਾਂ ਕਿਉਂ ਤੰਗ ਕਰ ਰਹੇ ਹਾਂ? ਉਹਨਾਂ ਨੂੰ ਕਿਉਂ 2-2 ਘੰਟੇ ਧੁੱਪ ਦੇ ਵਿੱਚ ਜਾਂ ਠੰਡ ਦੇ ਵਿੱਚ ਬਹਿਣਾ ਪੈਂਦਾ ਲੋਕਾਂ ਦੀ ਗੱਲਾਂ ਸੁਣੋ? ਉਹ ਉੱਥੇ ਲੈਕਚਰ ਸੁਣਨ ਤਾਂ ਨਹੀਂ ਆਏ। ਤੁਸੀਂ ਮਹਿਸੂਸ ਕੀਤਾ ਹੈ ਕਦੇ? ਆਖਰਕਾਰ ਤੁਸੀਂ ਵੀ ਗਏ ਹੋਏ ਹੋ। ਮੈਂ ਬਹੁਤ ਕੀਤਾ ਮਹਿਸੂਸ, ਔਰ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਔਰ ਆਮ ਜਨਤਾ ਨੂੰ ਤਾਂ ਆਪਾਂ ਇਵੇਂ ਟਰੀਟ ਕਰਦੇ ਹਾਂ, ਗਲਤ ਹੈ। ਮੇਰੀ ਜਿੱਥੇ ਤੱਕ ਮੇਰੀ ਸੋਚ ਹੈ ਬਿਲਕੁਲ ਗਲਤ ਹੈ, ਬਿਲਕੁਲ ਬੰਦ ਹੋਣਾ ਚਾਹੀਦਾ। ਔਰ ਮੈਂ ਸੋਚਦਾ ਕਿ ਜੇ ਜਥੇਦਾਰ ਸਾਹਿਬ ਕੁਝ ਕਰਨਗੇ ਤਾਂ ਪੱਕਾ ਰੋਕ ਲੱਗ ਸਕਦੀ ਇਸ ਗੱਲ 'ਤੇ। ਦੇਖਿਆ ਜਾਵੇ ਖੰਨਾ ਸਾਹਿਬ, ਜਿਸ ਤਰ੍ਹਾਂ ਦੇ ਨਾਲ ਸਿਆਸੀ ਮਾਹੌਲ ਬਣਿਆ ਹੋਇਆ, ਉਹਦੇ ਵਿੱਚ ਹੀ ਗੱਲ ਆਈ ਜੀਰਾ ਫੈਕਟਰੀ ਨੂੰ ਲੈ ਕੇ। ਜੀਰਾ ਫੈਕਟਰੀ ਦੀ ਜੇ ਗੱਲ ਕੀਤੀ ਜਾਵੇ, ਸਮਝਦੇ ਨਹੀਂ, ਬੇਸ਼ੱਕ ਤੁਸੀਂ ਵਿਰੋਧੀ ਧਿਰ 'ਚ ਹੋਗੇ, ਕਹਿਣ ਦਾ ਮਤਲਬ ਵਿਰੋਧੀ ਪਾਰਟੀ ਹੈ ਤੁਹਾਡੀ ਭਾਜਪਾ, ਕਿ ਆਖਰ ਮੁੱਖ ਮੰਤਰੀ ਨੇ ਬਹੁਤ ਬੋਲਡ ਸਟੈਪ ਲਿਆ। ਅੱਜ ਤੋਂ ਪਹਿਲਾਂ ਕਿਸੇ ਮੁੱਖ ਮੰਤਰੀ ਨੇ ਸ਼ਾਇਦ ਇਹ ਹਿੰਮਤ ਨਹੀਂ ਜੁਟਾਈ ਹੈਗੀ ਵੀ ਕਿਸੇ ਐਡੀ ਵੱਡੀ ਇੰਡਸਟਰੀ ਨੂੰ ਕਹਿਤਾ ਹੋਵੇ ਵੀ ਇਹਨੂੰ ਬੰਦ ਕਰ ਦਿਓ, ਲੋਕ ਇਹ ਤੋਂ ਨਾ ਖੁਸ਼ ਨੇ। ਦੇਖੋ,
ਇਹ ਜੋ ਸਰਕਾਰ ਹੈਗੀ ਨਾ, ਮੈਂ ਬਹੁਤ ਸਾਰੀ ਸਰਕਾਰਾਂ ਦੇਖੀਆਂ, ਇਹ ਪਹਿਲੀ ਸਰਕਾਰ ਹੈ ਜਿੱਥੇ ਇਹਨਾਂ ਦਾ ਡਿਸੀਜਨ ਕਿਸੇ ਵੀ ਕਾਨੂੰਨੀ ਤੌਰ ਤੇ ਨਹੀਂ ਲਿੱਤਾ ਜਾਂਦਾ। ਇਹ ਜੀਰਾ ਫੈਕਟਰੀ ਬੰਦ ਕੀਤੀ ਹੈ ਤੇ ਸੀਐਮ ਸਾਹਿਬ ਤੇ ਉਹਨਾਂ ਦੇ ਜੋ ਸਲਾਹਕਾਰ ਹੈ ਜਾਂ ਉਹਨਾਂ ਦੇ ਜੋ ਪ੍ਰੈਸ ਐਡਵਾਈਜ਼ਰ ਹੈ ਕਹਿੰਦੇ ਇਹ ਸੀਕ੍ਰੇਟ ਰਿਪੋਰਟ ਹੈ। ਕੀ ਸੀਕ੍ਰੇਟ ਹੈ? ਇਹ ਨੈਸ਼ਨਲ ਸੀਕ੍ਰੇਟ ਹੈ ਕੋਈ ਕਿ ਪਾਕਿਸਤਾਨ ਦੇ ਖਿਲਾਫ ਕੋਈ ਹਮਲਾ ਕਰ ਰਹੇ ਆਪਾਂ ਕਿ ਇਹ ਨੈਸ਼ਨਲ ਸਿਕਿਉਰਿਟੀ ਐਕਟ ਹੈ ਕਿ ਆਪਾਂ ਦੱਸ ਨਹੀਂ ਸਕਦੇ? ਕੀ ਰਿਪੋਰਟ ਹੈ? ਸੀਚੇਵਾਲ ਸਾਹਿਬ ਜੋ ਪੰਜਾਬ ਦੀ ਇਨਵਾਇਰਨਮੈਂਟ ਦੇ ਮੈਂ ਕਹਿੰਦਾ ਥੰਮ ਆ, ਉਹਨਾਂ ਨੇ 2-4 ਮਹੀਨੇ ਜਾਂ ਹਫ਼ਤੇ ਪਹਿਲਾਂ ਆਪ ਬਿਆਨ ਦਿੱਤਾ ਕਿ ਜੀ ਉੱਥੇ ਕੋਈ ਗਲਤ ਪੋਲਿਊਸ਼ਨ ਨਹੀਂ ਹੋ ਰਿਹਾ, ਉੱਥੇ ਬਿਲਕੁਲ ਸਰਕਾਰੀ ਤੌਰ ਤੇ ਉਹ ਇਨਵਾਇਰਨਮੈਂਟ 'ਚ ਕੋਈ ਖਰਾਬੀ ਨਹੀਂ ਆ ਰਹੀ। ਤੇ ਅੱਜ ਸੀਐਮ ਸਾਹਿਬ ਕਹਿੰਦੇ ਕਿ ਇੱਕ ਰਿਪੋਰਟ ਬਣੀ ਹੈ, ਉਹ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ, ਪਰ ਉਸ ਰਿਪੋਰਟ ਉੱਤੇ ਮੈਂ ਫੈਕਟਰੀ ਬੰਦ ਕਰਤੀ ਹੈ। ਮੈਨੂੰ ਜੋ ਪਤਾ ਲੱਗਿਆ ਉਹ ਫੈਕਟਰੀ ਵਾਲੇ ਹੁਣ ਹਾਈ ਕੋਰਟ ਤੇ ਜਾ ਰਹੇ ਆ। ਠੀਕ ਹੈ, ਮੇਰਾ ਕਹਿਣ ਦਾ ਭਾਵ ਇਹੀ ਹੈ ਕਿ ਇਸ ਸਰਕਾਰ ਦੀ ਡਿਸੀਜਨਸ ਦੇ ਵਿੱਚ ਇਹ ਕਹਿ ਦਿੰਦੇ ਕਿ ਗੁਪਤ ਰਿਪੋਰਟ ਹੈ। ਤੁਹਾਨੂੰ ਯਾਦ ਹੋਣਾ ਹੈ ਸੁਮਿਤ, ਜਦ ਇਹਨਾਂ ਦੇ ਸਿੰਗਲਾ ਜੋ ਮੰਤਰੀ ਸੀਗੇ ਉਹਨਾਂ ਨੂੰ ਜਦ ਅਸਤੀਫਾ ਦਿੱਤਾ ਤੇ ਅੰਦਰ ਗ੍ਰਿਫਤਾਰੀ ਵੀ ਦਿੱਤੀ, ਸੀਐਮ ਸਾਹਿਬ ਨੇ ਕਿਹਾ ਕਿ ਮੇਰੇ ਕੋਲ ਰਿਕਾਰਡਿੰਗ ਹੈ। ਠੀਕ ਹੈ, ਔਰ ਉਸ ਰਿਕਾਰਡਿੰਗ ਦੇ ਕਰਕੇ ਮੈਂ ਇਹਨਾਂ ਨੂੰ ਅੰਦਰ ਕਰ ਰਿਹਾ। ਹਾਈ ਕੋਰਟ ਦੇ ਵਿੱਚ ਰਿਕਾਰਡਿੰਗ ਦਿਖਾਈ ਕਿਉਂ ਨਹੀਂ ਗਈ? ਜੇ ਉਹ ਰਿਕਾਰਡਿੰਗ ਸੀ ਤੇ ਹਾਈ ਕੋਰਟ ਕਦੀ ਇਹਨੂੰ ਕੀ ਕਹਿੰਦੇ ਬੇਲ ਨਹੀਂ ਦਿੰਦੀ, ਤੇ ਕਿੱਥੇ ਗਈ ਉਹ ਰਿਕਾਰਡਿੰਗ? ਇਹ ਸਿਰਫ ਡਰਾਮੇ ਦੀ ਸਰਕਾਰ ਹੈ। ਜੇ ਮੈਂ ਜੀਰਾ ਫੈਕਟਰੀ ਦੇ ਚੱਲਣ ਦੇ ਹੱਕ 'ਚ ਹੈ, ਨਾ ਮੈਂ ਉਹਨਾਂ ਨੂੰ ਬੰਦ ਹੋਣ ਦੇ ਹੱਕ 'ਚ ਹੈ। ਮੈਂ ਕਹਿੰਦਾ ਹਕੀਕਤ ਦੇ ਹੱਕ 'ਚ ਹੈ। ਹਕੀਕਤ ਕੀ ਹੈ ਪਲੀਜ਼ ਸਾਨੂੰ ਦੱਸੋ, ਰਿਪੋਰਟ ਦਿਖਾਓ, ਸਾਨੂੰ ਪਬਲਿਕ ਨੂੰ ਦਿਖਾਓ ਰਿਪੋਰਟ। ਤੁਸੀਂ ਕੀ ਕਹਿੰਦੇ ਹੋ ਵੀ ਉਹ ਹਾਈ ਕੋਰਟ ਚੱਲ ਜਾਣਗੇ? ਤੁਹਾਡੇ ਕਹਿਣ ਦਾ ਮਤਲਬ ਕਿ ਆਖਰ ਵੀ ਜਿਵੇਂ ਸੀਐਮ ਨੇ ਅਨਾਉਂਸਮੈਂਟ ਕਰਤੀ ਵੀ ਕਿ ਜਦੋਂ ਉਹ ਕੋਰਟ ਚਲੇ ਗਏ, ਕਿਉਂਕਿ ਕੋਰਟ ਦੀ ਵੀ ਗੱਲ ਵੱਡੀ ਹੋਣੀ ਹੈਗੀ, ਤਾਂ ਤੁਹਾਨੂੰ ਕੀ ਲੱਗਦਾ ਵੀ ਫੈਕਟਰੀ ਬੰਦ ਨਹੀਂ ਹੋਣੀ, ਸਿਰਫ ਗੱਲਾਂ ਨੇ? ਮੈਨੂੰ ਲੱਗਦਾ ਜੇ ਜਲੰਧਰ ਦੀ ਜਿਮਨੀ ਚੋਣ ਨਹੀਂ ਆਈ, ਅਗਲੇ 2-4 ਮਹੀਨੇ ਦੇ ਜਿਮਨੀ ਚੋਣ ਦੀ ਐਲਾਨ ਹੋ ਜਾਣਾ ਹੈ, ਜੇ ਉਹ ਜਿਮਨੀ ਚੋਣ ਦਾ ਐਲਾਨ ਨਹੀਂ ਹੁੰਦਾ ਤੇ ਮੇਰੇ ਖਿਆਲ ਇਹ ਫੈਕਟਰੀ ਅੱਜ ਵੀ ਚੱਲਦੀ ਰਹਿੰਦੀ। ਇਸ ਸਰਕਾਰ ਨੇ ਜੋ ਫੈਸਲੇ ਕੀਤੇ ਹੈ ਕਦੀ ਪਬਲਿਕ ਨੂੰ ਦੱਸਿਆ ਨਹੀਂ। ਕਿਸਾਨਾਂ ਨੇ ਧਰਨੇ ਦਿੱਤੇ, ਸੀਐਮ ਸਾਹਿਬ, ਮੈਂ ਤਾਂ ਸੰਗਰੂਰ ਦਾ ਰਹਿਣ ਵਾਲਾ, ਸੀਐਮ ਸਾਹਿਬ ਦੇ ਘਰ ਦੇ ਬਾਹਰ 2 ਵਾਰ ਪਿਛਲੇ 6 ਮਹੀਨੇ 'ਚ ਧਰਨੇ ਲੱਗੇ ਆ, ਮੰਤਰੀਆਂ ਨੇ ਜਾ ਕੇ ਉਹ ਧਰਨੇ ਚੱਕੇ ਆ, ਪਰ ਕਦੀ ਪਬਲਿਕਲੀ ਇਹ ਨਹੀਂ ਦੱਸਿਆ ਕਿ ਕੀ ਕਿਸਾਨਾਂ ਨਾਲ ਕੀ ਫੈਸਲਾ ਹੋਇਆ। ਕਿਉਂ? ਪਬਲਿਕ ਦਾ ਹੱਕ ਨਹੀਂ ਬਣਦਾ? ਪਤਾ ਤਾਂ ਸਾਨੂੰ ਵੀ ਦੱਸਣਾ ਚਾਹੀਦਾ ਕਿ ਕੀ ਕਮਿਟਮੈਂਟ ਕੀਤੀ ਹੈ ਕਿਸਾਨਾਂ ਨਾਲ। ਤੁਹਾਨੂੰ ਕੀ ਲੱਗਦਾ ਵੀ ਸਾਰਾ ਕੁਝ ਗੁਪਤ ਹੀ ਚੱਲੀ ਜਾਂਦਾ? ਹਾਂ, ਗੁਪਤ ਹੀ ਚਲੀ ਜਾਂਦਾ। ਟਾਈਮ ਪਾਸ ਦੀ ਗੱਲ ਹੈਗੀ। ਇਹ ਸਮਾਂ ਲਗਾਉਣ ਦੀ ਕੋਸ਼ਿਸ਼ ਕਰ ਰਹੇ ਕਿ ਚਲੋ ਗੁਜਰਾਤ ਦੀ ਚੋਣ ਸੀਗੀ, ਆਪਾਂ ਇਹਨੂੰ ਚੱਕ ਦਈਏ, ਹੁਣ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਦੇ ਇਲੈਕਸ਼ਨ ਆਉਣ ਵਾਲੇ ਹੈ, ਤੇ ਇਹ ਤਾਂ ਸਿਰਫ ਡਰਾਮੇਬਾਜ਼ੀ, ਨੌਟੰਕੀ ਦੀ ਸਰਕਾਰ ਹੈ, ਪੂਰੀ ਨੌਟੰਕੀ ਦੀ ਸਰਕਾਰ ਹੈ। ਹਰੇਕ ਇਹਨਾਂ ਦਾ ਫੈਸਲਾ ਪਬਲਿਕਲੀ ਤਾਂ ਦੱਸਿਆ ਨਹੀਂ ਜਾਂਦਾ। ਮੈਂ ਕੱਲ੍ਹ ਪੜ੍ਹ ਰਿਹਾ ਕਿ ਸਾਡੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ। ਕਿਉਂ? ਕੀ ਲੋੜ? ਸਾਰੇ ਨੂੰ ਲੱਗਦਾ ਵੀ ਉੱਥੇ ਦਾ ਸਟਰਕਚਰ ਬਹੁਤ ਵਧੀਆ ਹੋਣਾ ਤੇ ਉਰੇ ਆ ਕੇ ਵੀ ਉਹ ਜਿਹੇ ਸਰਕਾਰੀ ਸਕੂਲ ਇਹ ਤਾਂ ਵਧੀਆ ਬਣ ਜਾਣਗੇ। ਪਰ ਉਹਦੇ ਪ੍ਰਿੰਸੀਪਲ ਦੀ ਗੱਲ, ਉਹ ਤਾਂ ਇਨਫਰਾਸਟ੍ਰਕਚਰ ਦੀ ਗੱਲ ਹੈ। ਸਾਡੇ ਟੀਚਰਾਂ 'ਚ ਕੋਈ ਕਮੀ ਨਹੀਂ ਹੈ, ਸਾਡੇ ਇਨਫਰਾਸਟ੍ਰਕਚਰ 'ਚ ਕਮੀ ਹੈ। ਸਾਡੇ ਇਨਫਰਾਸਟ੍ਰਕਚਰ ਤੋਂ ਉਹਦੇ ਲਈ ਤੁਹਾਨੂੰ 60 ਟੀਚਰਾਂ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਆ। ਉਹ ਤਾਂ ਇਹ ਆਰਕੀਟੈਕਟ ਤੁਹਾਨੂੰ ਦੱਸ ਦੇਗਾ ਕਿ ਸਾਡੇ ਸਕੂਲਾਂ 'ਚ ਕੀ ਕਮੀ ਹੈ। ਤੁਸੀਂ ਪ੍ਰਾਈਵੇਟ ਸਕੂਲਸ ਦੇਖ ਲਓ, ਉਹਨਾਂ ਦੀ ਨਕਲ ਕਰ ਲਓ। ਸਰਕਾਰੀ ਸਕੂਲ ਹੀ ਇੰਪਰੂਵ ਕਰਨੇ ਨਾ, ਉਹਨਾਂ ਦਾ ਇਨਫਰਾਸਟ੍ਰਕਚਰ ਪਹਿਲੇ ਇੰਪਰੂਵ ਕਰ ਲਓ। ਜੇ ਇਨਫਰਾਸਟ੍ਰਕਚਰ, ਕਲਾਸਰੂਮ, ਜੇ ਟੋਇਲਟਸ, ਪਾਣੀ ਪੀਣ ਦਾ ਪਾਣੀ ਨਹੀਂ ਹੈ ਉੱਥੇ, ਤੇ ਟੀਚਰਾਂ ਨੂੰ ਉੱਥੇ ਭੇਜ ਕੇ ਕੀ ਮਿਲੂਗਾ? ਤੁਸੀਂ ਤਾਂ ਇਨਫਰਾਸਟ੍ਰਕਚਰ ਠੀਕ ਕਰੋ। ਇਨਫਰਾਸਟ੍ਰਕਚਰ ਜੋ ਠੀਕ ਨਹੀਂ ਕਰਨਾ ਚਾਹੁੰਦਾ, ਇਹ ਡਰਾਮਾ ਹੈ। 60 ਟੀਚਰਾਂ ਨੂੰ ਬਾਹਰ ਭੇਜਤਾ ਜੀ, ਪ੍ਰਿੰਸੀਪਲਾਂ ਨੂੰ ਉਹ ਸਿੰਗਾਪੁਰ ਘੁੰਮ ਕੇ ਆਉਣਗੇ ਜੀ। ਸੀਐਮ ਸਾਹਿਬ ਅੱਜ ਕਹਿ ਰਹੇ ਅੱਜ ਜਾਂ ਕੱਲ੍ਹ ਕਹਿੰਦੇ ਕਿ ਜੀ ਮੈਨੂੰ ਤਾਂ ਸਾਡੀ ਸਰਕਾਰ ਨੂੰ ਨੀਂਦ ਨਹੀਂ ਆਉਂਦੀ, ਪੂਰੀ ਰਾਤ ਆਪਾਂ ਪੰਜਾਬ ਦੇ ਭਲੇ ਵਾਸਤੇ ਸੋਚਦੇ ਰਹਿੰਦੇ, ਸਵੇਰੇ ਉੱਠ ਕੇ ਸਾਰੇ ਸੁੱਤੇ ਰਹਿੰਦੇ ਕਿਉਂਕਿ ਇਸ ਕਰਕੇ ਕੰਮ ਹੀ ਨਹੀਂ ਹੁੰਦਾ। ਪੂਰੀ ਰਾਤ ਜੋ ਸਰਕਾਰ ਉੱਠੀ ਰਹਿੰਦੀ ਹੈ ਉਹ ਦਿਨੇ ਸੁੱਤੀ ਰਹਿੰਦੀ ਹੈ। ਤੇ ਇਸ ਕਰਕੇ ਅੱਜ ਪੰਜਾਬ ਦੇ ਵਿੱਚ ਚਾਹੇ ਫਰੋਤੀਆਂ ਦੀ ਗੱਲ ਕਰੇ, ਚਾਹੇ ਨਸ਼ਾ ਦੀ ਗੱਲ ਕਰੋ, ਚਾਹੇ ਬੇਰੁਜ਼ਗਾਰਾਂ ਦੀ ਗੱਲ ਕਰੋ, ਵਧੀ ਜਾ ਰਿਹਾ। ਪਰ ਇਹਦੇ 'ਚ ਦੂਜੇ ਪਾਸੇ ਦੇਖੀਏ, ਆਖਰ ਤੁਸੀਂ ਕੈਪਟਨ ਸਾਹਿਬ ਹੋਰਾਂ ਦੇ ਰਿਸ਼ਤੇਦਾਰ ਵੀ ਹੋ। ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਜਾ ਕੇ ਮੁੱਖ ਮੰਤਰੀ ਕਹਿੰਦੇ ਖੜਨ ਨੂੰ ਜੀ ਨਹੀਂ ਕਰਦਾ, ਬੇੜਾ ਗਰਕ ਹੋਇਆ ਪਿਆ ਸ਼ਹਿਰ ਦਾ। ਤੁਹਾਨੂੰ ਨਹੀਂ ਲੱਗਦਾ ਕਿ ਆਖਰਕਾਰ ਜਿਸ ਤਰ੍ਹਾਂ ਦੇ ਨਾਲ ਅੱਜ-ਕੱਲ੍ਹ, ਚਲੋ ਖੈਰ ਹੁਣ ਤਾਂ ਕੈਪਟਨ ਵੀ ਬੀਜੇਪੀ 'ਚ ਹੀ ਨੇ, ਵੀ ਆਖਰ ਮੁੱਖ ਮੰਤਰੀ ਕਿਤੇ ਨਾ ਕਿਤੇ ਉਹ ਸਿਆਸੀ ਗੜ ਵੀ ਭਰਨ ਦੀ ਤਿਆਰੀ 'ਚ ਨੇ, ਤੇ ਦੂਜੇ ਪਾਸੇ ਇਹ ਵੀ ਹੈ ਵੀ ਜੋ ਕੈਪਟਨ ਨਹੀਂ ਕਰ ਪਾਇਆ ਉਹ ਮੈਂ ਕਰਕੇ ਦਿਖਾਊਂਗਾ। ਦੇਖੋ, ਹਕੀਕਤ ਇਹ ਹੈ, ਜੋ ਉਹ ਵੀਡੀਓ ਵੀ ਸੀ ਜੋ ਪਟਿਆਲੇ ਤੋਂ ਜੋ ਜਾਰੀ ਕੀਤਾ ਸੀਐਮ ਸਾਹਿਬ ਨੇ, ਉਹਦੇ ਬਾਅਦ ਕਿਸੇ ਹੋਰ ਨੇ ਵੀਡੀਓ ਜਾਰੀ ਕੀਤਾ ਜਿੱਥੇ 90% ਕੰਮ ਤਾਂ ਕੈਪਟਨ ਦੇ ਸਮੇਂ ਹੋ ਗਿਆ ਸੀ। ਚਾਹੇ ਬੱਸ ਸਟੈਂਡ ਦੀ ਗੱਲ ਕਰ ਰਹੀ ਸੀ, ਉਹਨਾਂ ਨੇ ਐਲਾਨ ਕੀਤਾ ਕਿ ਜੀ ਮੈਂ ਬੱਸ ਸਟੈਂਡ ਵਰਲਡ ਸਟੈਂਡਰਡ ਬਣਾਵਾਂਗਾ। ਕੈਪਟਨ ਸਾਹਿਬ ਦੇ ਟਾਈਮ 'ਤੇ ਐਲਾਨ ਹੋ ਗਿਆ ਸੀ, ਕੰਮ ਤਾਂ ਚੱਲ ਰਿਹਾ।
ਸੀਐਮ ਸਾਹਿਬ ਨੇ ਬਾਅਦ 'ਚ ਇੱਕ ਵੀਡੀਓ ਆਈ ਹੈ ਜਿੱਥੇ ਸੀਐਮ ਕਹਿੰਦਾ ਕਿ 80% ਕੰਮ ਤਾਂ ਹੋ ਹੀ ਗਿਆ। ਤੇ ਇਹ ਜੋ ਪੁਰਾਣੀ ਜੋ ਕਾਂਗਰਸ ਪਾਰਟੀ ਦੇ ਸਮੇਂ ਜੋ ਚੱਲ ਰਹੀ ਸੀ ਸਕੀਮਾਂ ਜਾਂ ਅਕਾਲੀ ਦਲ ਦੇ ਟਾਈਮ ਜੋ ਸਕੀਮਾਂ ਚੱਲ ਰਹੀਆਂ, ਉਹਨਾਂ ਦੇ ਉੱਤੇ ਸਿਰਫ ਪੇਂਟ ਕਰਕੇ ਇੱਕ ਨਵੇਂ ਰੂਪ 'ਚ ਪੇਸ਼ ਕਰ ਰਹੇ। ਕੰਮ ਤਾਂ ਉਹੀ ਹੈ, ਕੋਈ ਨਵਾਂ ਕੋਈ ਐਸਾ ਕੰਮ ਇਹਨਾਂ ਨੇ ਸ਼ੁਰੂ ਨਹੀਂ ਕੀਤਾ ਜਿਹਦੇ ਮੈਂ ਕਹਿ ਸਕਦਾ ਕਿ ਇਹ ਨੀਂਹ ਪੱਥਰ ਭਗਵੰਤ ਮਾਨ ਸਰਕਾਰ ਨੇ ਲਾਇਆ। ਇਹ ਤਾਂ ਉਹੀ ਪੁਰਾਣੀ ਚੀਜ਼ਾਂ ਨੂੰ ਇੱਕ ਪਬਲਿਸਿਟੀ ਦੇ ਕੇ ਆਪਣਾ ਕਹਿ ਰਹੇ। ਪਰ ਇਹਦੇ 'ਚ ਨਹੀਂ ਲੱਗਦਾ ਬਹੁਤ ਸਾਰੀ ਚੀਜ਼ਾਂ ਬਦਲੀਆਂ ਨੇ, ਜ਼ੀਰੋ ਬਿੱਲ ਆ ਗਿਆ, ਇਹ ਚੀਜ਼ਾਂ ਤਾਂ ਕਿਤੇ ਨਾ ਕਿਤੇ ਲੋਕ ਬੈਨੀਫਿਟ ਇਹ 'ਚ ਤਾਂ ਭਾਲਦੀ ਸੀ ਕਿ ਪੁਰਾਣੀ ਸਰਕਾਰਾਂ ਦੇ ਸਮੇਂ ਇੰਨੇ ਰੇਟ ਰਹੇ ਨੇ ਬਿਜਲੀ ਦੇ। ਮੈਂ ਜੋ ਪਿਛਲੀ ਕਾਂਗਰਸ ਸਰਕਾਰ ਸੀ, ਅੱਜ ਵੀ ਲੋਕ ਕਹਿੰਦੇ ਕਿ ਜੋ ਪਿਛਲੀ ਸਰਕਾਰ ਸੀ ਉਹਦਾ ਦੇ ਟਾਈਮ ਜੋ ਉਹਨਾਂ ਨੇ ਗਰੀਬਾਂ ਨੂੰ ਜੋ ਮੁਫਤ ਬਿਜਲੀ ਦਿੱਤੀ ਉਹ ਚੰਗੀ ਸੀਗੀ। ਅੱਜ ਜੋ ਮੁਫਤ ਬਿਜਲੀ ਜਾ ਰਹੀ ਹੈ ਉੱਤੇ ਕਈ ਐਸੇ ਲੋਕ ਹੈ ਜਿਨ੍ਹਾਂ ਨੂੰ ਲੋੜ ਨਹੀਂ ਉਸ 300 ਦੀ। ਔਰ ਸਰਕਾਰ ਨੂੰ ਤੁਸੀਂ ਦੇਖਣਾ ਗਰਮੀ 'ਚ ਕਿੰਨਾ ਇਹਦੀ ਪ੍ਰੋਬਲਮ ਆਣੀ ਹੈ। ਲੱਗਦਾ ਵੀ ਉਤਨਾ ਬਹੁਤ ਵੱਡੀ ਪੈਸਾ ਨਹੀਂ ਹੈ ਸਰਕਾਰ ਕੋਲ, ਕਰਜ਼ਾ ਵਧੀ ਜਾ ਰਿਹਾ ਤੇ ਬਿਜਲੀ ਵੀ ਨਹੀਂ ਆਣੀ ਕਿਉਂਕਿ ਇੰਨਾ ਬੋਝ ਪੈ ਜਾਊਗਾ ਸਰਕਾਰ ਤੇ ਕਿ ਕਿਉਂਕਿ ਦੇਖੋ ਮੈਂ ਕਹਿੰਦਾ ਜਿਹਨੂੰ ਲੋੜ ਹੈਗੀ ਉਹਨੂੰ ਮਿਲਣੀ ਚਾਹੀਦੀ ਹੈ ਮੁਫਤ, ਉਹਨੂੰ ਮੁਫਤ ਹਰ ਇੱਕ ਚੀਜ਼ ਮੁਫਤ ਮਿਲਣੀ ਚਾਹੀਦੀ ਹੈ। ਪਰ ਜਿਹਨੂੰ ਲੋੜ ਨਹੀਂ ਹੈ ਉਹਨੂੰ ਵੀ ਦੇਣ ਦੀ ਕੀ ਲੋੜ ਹੈ? ਉਹ ਨਹੀਂ ਮੰਗ ਰਿਹਾ। ਇਹ ਜੋ ਮੁਫਤ ਦਾ ਕੰਮ ਸ਼ੁਰੂ ਕੀਤਾ ਹੈ ਬਾਦਲ ਸਰਕਾਰ ਨੇ ਕੀਤਾ ਸੀ 97 ਦੇ ਵਿੱਚ। ਕਿਸਾਨਾਂ ਨੇ ਕਦੀ ਵੀ ਫ੍ਰੀ ਬਿਜਲੀ ਨਹੀਂ ਮੰਗੀ ਸੀ, ਉਹਨਾਂ ਨੇ ਕਿਹਾ ਸਾਨੂੰ 8 ਘੰਟੇ ਬਿਜਲੀ ਪੂਰੀ ਚਾਹੀਦੀ ਆ। ਇਹ ਤਾਂ ਸਾਰਾ ਸਾਪਾ ਬਾਦਲ ਸਾਹਿਬ ਨੇ ਸ਼ੁਰੂ ਕੀਤਾ। ਅੱਜ ਕੋਈ ਬੰਦਾ ਕਿਸੇ ਚੀਜ਼ ਨੂੰ ਮੁਫਤ ਨਹੀਂ ਮੰਗਦਾ, ਕੋਈ ਬੰਦਾ ਗਰੀਬ ਨਹੀਂ ਰਹਿਣਾ ਚਾਹੁੰਦਾ, ਹਰੇਕ ਬੰਦਾ ਆਪਣੇ ਪੈਰਾਂ 'ਤੇ ਖੜੇ ਹੋ ਕੇ ਤਰੱਕੀ ਕਰਨਾ ਚਾਹੁੰਦਾ। ਪਰ ਆਮ ਆਦਮੀ ਪਾਰਟੀ ਚਾਹੇ ਦਿੱਲੀ ਦੀ ਗੱਲ ਕਰੀਏ ਆਪਾਂ ਜਾਂ ਆਮ ਆਦਮੀ ਪਾਰਟੀ ਪੰਜਾਬ, ਉਹ ਲੋਕਾਂ ਨੂੰ ਗਰੀਬ ਤੋਂ ਗਰੀਬ ਕਰਾਉਣਾ ਚਾਹੁੰਦੀ ਹੈ, ਲੋਕਾਂ ਨੂੰ ਭਿਖਾਰੀ ਬਣਾਉਣਾ ਚਾਹੁੰਦੀ ਹੈ, ਉਹ ਲੋਕਾਂ ਨੂੰ ਆਪਣੇ ਪੈਰਾਂ 'ਤੇ ਖੜੇ ਹੋਣ ਦਾ ਮੌਕਾ ਨਹੀਂ ਦੇਗੀ। ਪਰ ਖੰਨਾ ਸਾਹਿਬ ਲੱਗਦਾ ਕਿ ਬੀਜੇਪੀ ਵਾਸਤੇ ਰਾਹ ਖਾਸੇ ਔਖੇ ਨਹੀਂ ਹੋ ਜਾਣਗੇ ਕਿਉਂਕਿ ਜੋ ਇਹ 24 ਦੀ ਤਿਆਰੀ ਦੀ ਗੱਲ ਕਰੀਏ ਉਦੋਂ ਪਹਿਲਾਂ ਤਾਂ ਰਾਹੁਲ ਗਾਂਧੀ ਉਰੋਂ ਜਿਸ ਤਰ੍ਹਾਂ ਦੇ ਨਾਲ ਐਡਾ ਵੱਡਾ ਪੈਦਲ ਮਾਰਚ ਕੱਢ ਗਏ ਉਹਦੇ ਨਾਲ ਲੋਕ ਫਰਕ ਪਿਆ। ਦੂਜੇ ਪਾਸੇ ਆਮ ਆਦਮੀ ਬੀਜੇਪੀ ਅੱਗੇ ਤਾਂ ਚੁਣੌਤੀਆਂ ਨਹੀਂ ਲੱਗਦਾ ਬਹੁਤ ਵੱਡੀਆਂ ਨੇ। ਬਿਲਕੁਲ ਨਹੀਂ। ਦੇਖੋ 24 ਦੇ ਵਿੱਚ 24 ਦੇ ਵਿੱਚ 100% ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਜਿਸ ਪਾਰਟੀ ਨੇ ਦੇਸ਼ ਨੂੰ ਤੋੜਿਆ 70 ਸਾਲ, ਅੱਜ ਉਹ ਪਾਰਟੀ ਦੇਸ਼ ਨੂੰ ਜੋੜਨ ਦੀ ਗੱਲ ਕਰਦੀ ਹੈ, ਭਾਰਤ ਜੋੜੋ ਯਾਤਰਾ, ਕਿ ਇਹਨਾਂ ਨੇ ਤਾਂ ਭਾਰਤ ਨੂੰ ਤੋੜਿਆ। ਮੈਂ ਹਿੱਸਾ ਰਹੇ ਹਾਂ ਤੁਸੀਂ, ਮੈਂ ਤਾਂ ਹੀ ਕਹਿ ਰਿਹਾ ਤੁਸੀਂ ਤਾਂ ਹਿੱਸਾ ਰਹੇ। ਇਸ ਕਰਕੇ ਤਾਂ ਮੈਂ ਛੱਡੀ। ਮੈਂ ਤਾਂ ਪੰਜਾਬ ਦੇ ਵਿੱਚ ਕੱਲਾ ਹੀ ਹੋਣਾ ਹੈ, ਕੱਲਾ ਹੀ ਐਮਐਲਏ ਹੋਣਾ ਜਿਹਨੇ ਆਪਣੇ ਟਰਮ ਦੇ ਵਿੱਚ ਅਸਤੀਫਾ ਦੇ ਕੇ ਛੱਡੀ। ਮੈਂ ਇੰਨਾ ਦੁਖੀ ਹੋ ਗਿਆ ਸੀ ਮੈਂ, ਕਿਉਂਕਿ ਮੈਂ ਦੇਖਿਆ, ਮੈਂ ਤਾਂ ਅੰਦਰ ਬਹਿ ਕੇ ਦੇਖਿਆ ਇਹਨਾਂ ਨੇ ਕਦੀ ਪੰਜਾਬ ਨੂੰ ਜੋੜਨ ਦੀ ਗੱਲ ਕੀਤੀ ਹੈ, ਕਦੀ ਹਿੰਦੁਸਤਾਨ ਨੂੰ ਜੋੜਨ ਦੀ ਗੱਲ ਬਿਲਕੁਲ ਨਹੀਂ। ਅਰੇ ਯਾਤਰਾ ਜੋ ਚੱਲੀ ਹੈ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ, ਤੁਸੀਂ ਮੈਨੂੰ ਇਹ ਦੱਸੋ ਕੌਣ ਸਾ ਬੰਦਾ ਇਹਨਾਂ ਪਾਰਟੀ ਤੋਂ ਜੁੜ ਕੇ ਆਇਆ? ਇਕੱਠ ਹੋਏ ਆ, ਪਰ ਇਕੱਠ ਕਿੱਥੇ? ਉਹਨਾਂ ਦੇ ਆਪਣੇ ਜੋ ਕਾਰਜਕਰਤਾ ਪਹਿਲੇ ਹੀ ਆ। ਹਰੇਕ ਐਮਐਲਏ ਦੀ ਡਿਊਟੀ ਲੱਗੀ ਸੀ ਕਿ ਅੱਜ ਤੂੰ 50 ਬੱਸਾਂ ਲੈ ਕੇ ਆਉਣੀਆਂ, ਅੱਜ ਤੂੰ 50 ਬੱਸਾਂ ਲੈ ਕੇ ਆਉਣੀਆਂ। ਮੈਨੂੰ ਇਹ ਦੱਸੋ ਕੌਣ ਸਾ ਨਵਾਂ ਬੰਦਾ ਜੁੜ ਕੇ ਗਿਆ ਹੈ? ਕੌਣ ਨਵਾਂ ਬੰਦਾ? ਉਹ ਸਟੇਜ 'ਤੇ ਜਦ ਪਠਾਨਕੋਟ ਇਹਨਾਂ ਨੇ ਫਾਈਨਲ ਰੈਲੀ ਕੀਤੀ, ਸਟੇਜ 'ਤੇ ਤਾਂ ਪੁਰਾਣੇ ਬੰਦੇ ਬੈਠੇ ਸੀ, ਕੋਈ ਨਵਾਂ ਬੰਦਾ ਤਾਂ ਬੈਠਾ ਨਹੀਂ ਸੀ ਉੱਥੇ। ਤੁਹਾਨੂੰ ਲੱਗਦਾ ਨਹੀਂ ਵੀ ਇੰਪੈਕਟ ਹੋਊਗਾ ਰਾਹੁਲ ਗਾਂਧੀ ਦਾ ਕੋਈ ਵੀ? ਉਹ ਨਾਲੇ ਕਹਿੰਦੇ ਸਿੰਸੀਅਰ ਹੋ ਗਏ, ਹੁਣ ਤਾਂ ਸਾਰਾ ਦੇਸ਼ ਘੁੰਮ ਲਿਆ, ਇਸ ਚੀਜ਼ ਦੇ ਨਾਲ ਬਹੁਤ ਫਰਕ ਪਿਆ। ਜਿਹੜਾ ਬੀਜੇਪੀ ਨੇ ਇੱਕ ਨੈਰੇਟਿਵ ਬਣਾਇਆ ਸੀਗਾ ਉਹ ਚੀਜ਼ਾਂ ਸਾਰੀਆਂ ਧੋਤੀਆਂ ਜਾਣਗੀਆਂ। ਹੁਣ ਕਾਂਗਰਸ ਬੜੇ ਦਮ ਦੇ ਨਾਲ ਕਹਿੰਦੀ ਹੈ। ਦੇਖੋ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਪਿਛਲੇ 8 ਸਾਲ 8.5 ਸਾਲ ਇਸ ਹਿੰਦੁਸਤਾਨ ਦੇਸ਼ ਨੂੰ ਤਰੱਕੀ ਤੇ ਰਾਹ 'ਤੇ ਲੈ ਕੇ ਗਏ ਆ, ਉਹਦਾ ਮੁਕਾਬਲਾ ਨਹੀਂ ਹੈ। ਅੱਜ ਦੀ ਘੜੀ ਕੋਈ ਮੁਕਾਬਲਾ ਨਹੀਂ ਹੈ। ਮੈਨੂੰ ਨਹੀਂ ਲੱਗਦਾ 24 ਦੇ ਵਿੱਚ ਕੋਈ ਕੰਪੀਟੀਸ਼ਨ ਵੀ ਹੋਣਾ। ਮੈਨੂੰ ਲੱਗਦਾ ਕਿ ਬੀਜੇਪੀ ਨੂੰ ਵੱਧ ਸੀਟਾਂ ਮਿਲਣੀਆਂ। ਜੋ ਗੁਜਰਾਤ ਦਾ ਹਾਲ ਹੋਇਆ ਨਾ, ਜੋ ਲੋਕ ਕਹਿੰਦੇ ਸੀ ਟਫ ਫਾਈਟ ਹੈ, ਕੇਜਰੀਵਾਲ ਸਾਹਿਬ ਗਾਰੰਟੀਆਂ ਦੇ ਰਹੇ ਸੀ ਤੇ ਰਾਹੁਲ ਗਾਂਧੀ ਜੀ ਕੁਝ ਹੋਰ ਕਹਿ ਰਹੇ ਸੀ, ਕੀ ਹੋਇਆ ਉੱਥੇ ਨਤੀਜੇ? 24 ਸਾਲ ਰਾਜ ਤੋਂ ਬਾਅਦ ਉਹਨਾਂ ਨੂੰ ਵੱਧ ਸੀਟਾਂ ਮਿਲੀਆਂ। ਇਤਿਹਾਸਿਕ ਗੱਲ ਮੈਂ ਗਾਰੰਟੀ ਨਾਲ ਕਹਿ ਰਿਹਾ ਤੁਹਾਨੂੰ, ਜਾਂ ਗਾਰੰਟੀ ਦਾ ਤਾਂ ਸ਼ਬਦ ਹੁਣ ਮੈਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਕੇਜਰੀਵਾਲ ਬਹੁਤ ਇਸਤੇਮਾਲ ਕਰਦਾ ਇਸ ਗੱਲ ਨੂੰ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਤੁਹਾਨੂੰ ਕਿ 24 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕੱਲ੍ਹ ਪੰਜਾਬ ਦੇ ਵਿੱਚ ਹੀ ਨਹੀਂ ਪਰ ਹਿੰਦੁਸਤਾਨ ਦੇ ਵਿੱਚ ਵੱਧ ਸੀਟਾਂ ਮਿਲਣੀਆਂ। ਖੈਰ ਇਹ ਤਾਂ ਖੈਰ ਸਿਆਸਤ ਦਾ ਪਹੀਆ ਕਿ ਆਖਰ ਕਿੱਧਰ ਨੂੰ ਘੁੰਮੂਗਾ ਕਿਉਂਕਿ ਲੋਕਾਂ ਨੇ ਘੁਮਾਉਣਾ ਤੇ ਸਿਆਸਤਦਾਨਾਂ ਦੀਆਂ ਗੱਲਾਂ ਜੇ ਦੇਖਿਆ ਜਾਵੇ ਕਿਹਦੀਆਂ ਜ਼ਿਆਦਾ ਪਸੰਦ ਆਉਂਦੀਆਂ ਨੇ ਜਾਂ ਕਿਹਦੇ ਦਾਅਵੇ ਜ਼ਿਆਦਾ ਮਜ਼ਬੂਤ ਲੱਗਦੇ ਨੇ। ਪਰ ਦੂਜੇ ਪਾਸੇ ਦੇਖੀਏ ਜਿਹੜੀ ਚਿੱਠੀ ਆਖਰ ਜਥੇਦਾਰ ਸਾਹਿਬ ਨੂੰ ਲਿਖੀ ਆ ਉਹ ਬਹੁਤ ਇੱਕ ਆਮ ਇਹ ਮੰਗ ਲੱਗਦੀ ਹੈ ਵੀ ਕਰਨੀ ਤਾਂ ਖੈਰ ਲੋਕਾਂ ਨੂੰ ਚਾਹੀਦੀ ਆ ਜਾਂ ਕਹੀਏ ਕਿ ਖੁਦ ਸਿੱਖ ਬੁੱਧੀਜੀਵੀ ਇਸ ਚੀਜ਼ ਨੂੰ ਲੈ ਕੇ ਸੋਚਦੇ, ਪਰ ਆਖਰ ਇੱਕ ਜਦੋਂ ਲੀਡਰ ਇਹ ਗੱਲ ਕਹਿ ਰਿਹਾ ਕਿ ਭਾਈ ਵਿੱਚ ਹੀ ਮੈਨੂੰ ਵੀ ਲਾ ਲਓ,
ਬੋਲਣ ਨਹੀਂ ਕਿਸੇ ਨੂੰ ਦੇਣਾ ਚਾਹੀਦਾ, ਕਿਉਂਕਿ ਜਦੋਂ ਵੀ ਕਿਸੇ ਦੇ ਕੋਈ ਖੁਸ਼ੀ ਦਾ ਜਾਂ ਗਮੀ ਦਾ ਕੋਈ ਸਮਾਗਮ ਹੈਗਾ, ਉਸ ਸਮਾਗਮਾਂ ਦੇ ਵਿੱਚ ਜਾ ਕੇ ਜਦੋਂ ਲੀਡਰ ਆਪਦੀਆਂ ਲੀਡਰੀਆਂ ਚਮਕਾਉਂਦੇ ਨੇ ਤਾਂ ਕਿਉਂ ਨਹੀਂ ਉਸ ਚੀਜ਼ ਨੂੰ ਬੰਦ ਹੋਣਾ ਚਾਹੀਦਾ, ਕਿਉਂਕਿ ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਹੈ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੋਈ ਵੀ ਵੱਡਾ ਨਹੀਂ ਹੁੰਦਾ ਤੇ ਉੱਥੇ ਕਿਸੇ ਨੂੰ ਵੀ ਆਪਦੀ ਸਿਆਸਤ ਚਮਕਾਉਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਹਾਂ, ਦੁੱਖ ਸਾਂਝਾ ਕਰਨਾ ਉੱਥੇ ਜਾਓ, ਚਾਹੇ ਕਿਸੇ ਦੇ ਘਰੇ ਜਾਓ, ਚਾਹੇ ਸਮਾਗਮ 'ਚ ਜਾਓ, ਪਰ ਜਿਹੜਾ ਮਾਈਕ ਫੜ ਕੇ ਲੀਡਰ ਸਪੀਚਾਂ ਦਿੰਦੇ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇਗੀਆਂ। ਸੀਨੀਅਰ ਵੀਡੀਓ ਜਰਨਲਿਸਟ ਬੰਤੇਜ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।